ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਨਿਤਾ ਪ੍ਰਤੀ ਕਰਮ ਅਨੁਸਾਰ ਰਲ ਮਿਲ ਕੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੀ ਨਿੱਘੀ ਗੋਦ ਦਾ ਆਨੰਦ ਮਾਣਦੇ ਹਾਂ। ਨਿੱਘੀ ਗੋਦ ਦੇ ਵਿੱਚ ਅਕਾਲ ਪੁਰਖ ਮਹਾਰਾਜ ਜੀ ਰਹਿਮਤਾਂ ਕਰਦੇ ਨੇ। ਸੁਭਾਗ ਸਮਾਂ ਕਿਸੇ ਨੂੰ ਬਖਸ਼ਿਆ ਹੈ ਪਰਮਾਤਮਾ ਦੇ ਜਸ ਗਾਉਣ ਦਾ। ਸੁਭਾਗ ਸਮਾਂ ਕਿਸੇ ਨੂੰ ਮਿਲਿਆ ਹੈ ਪਰਮਾਤਮਾ ਦੇ ਜਸ ਸੁਣਨ ਦਾ। ਇਹ ਅਕਾਲ ਪੁਰਖ ਮਹਾਰਾਜ ਜੀਆਂ ਦੀ ਮਹਾਨ ਬਖਸ਼ਿਸ਼ ਹੈ। ਸਿੱਖ ਜਗਤ ਦੇ ਅੰਦਰ ਅਨੇਕਾਂ ਹੀ ਪੀਰ ਪੈਗੰਬਰ ਅਵਤਾਰ ਔਲੀਏ ਮਹਾਬਲੀ ਯੋਧੇ ਸੂਰਮੇ ਪੈਦਾ ਹੋਏ ਹਨ, ਔਰ ਜਿਹੜੀਆਂ ਮੁਗਲ ਸਰਕਾਰ ਦੀਆਂ ਹਕੂਮਤਾਂ ਜਿਹੜੀਆਂ ਸਨ ਉਹਨਾਂ ਨੂੰ, ਉਹਨਾਂ ਦੀਆਂ ਜੜ੍ਹਾਂ ਨੂੰ ਉਖੇੜਨ ਵਾਲੇ ਇਹ ਸਾਰੇ ਦੇ ਸਾਰੇ ਸਿੱਖ ਹੀ ਹੋਏ ਹਨ, ਜਿਨ੍ਹਾਂ ਨੇ ਮੁਗਲ ਸਰਕਾਰ ਦੀਆਂ ਜੜ੍ਹਾਂ ਨੂੰ ਉਖੇੜਿਆ ਹੈ। ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦੀ ਬਾਬਤ ਇਤਿਹਾਸਕਾਰਾਂ ਨੇ ਬੜਾ ਕੁਝ ਲਿਖਿਆ ਹੈ। ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਵਿੱਚ ਭੇਜਿਆ, ਲਗਾਤਾਰ ਬਾਬਾ ਬੰਦਾ ਸਿੰਘ ਬਹਾਦਰ ਨੇ 8 ਸਾਲ ਪੰਜਾਬ ਦੀ ਧਰਤੀ 'ਤੇ ਆਪਣਾ ਵਾਸਾ ਰੱਖਿਆ। ਸਮਾਣਾ, ਸੰਢੌਰਾ, ਹੋਰ ਕਿੰਨੇ ਸ਼ਹਿਰ ਸਰਹੰਦ ਫਤਿਹ ਕੀਤੇ ਹਨ। ਅਕਸਰ ਬਹੁਤ ਸਿੰਘਾਂ ਦਾ ਜਥਾ ਸੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦੇ ਨਾਲ ਤੁਰਦਾ ਸੀ। ਗੁਰਦਾਸ ਨੰਗਲ ਦੀ ਜਿਹੜੀ ਗੜੀ ਸੀ, 8 ਮਹੀਨੇ ਉੱਥੇ ਫੌਜਾਂ ਨੇ ਘੇਰਾ ਪਾਈ ਰੱਖਿਆ। ਬਾਬਾ ਬਾਜ ਸਿੰਘ, ਬਾਬਾ ਬੰਦਾ ਸਿੰਘ ਬਹਾਦਰ 744 ਸਿੰਘਾਂ ਦੇ ਸਮੇਤ ਇੱਥੇ ਹੀ ਗ੍ਰਿਫਤਾਰ ਕੀਤੇ ਗਏ ਨੇ। ਬਹੁਤ ਵੱਡੇ ਵੱਡੇ ਇਨਾਮ ਰੱਖੇ ਗਏ ਸਨ ਜਦ ਗੁਰਦਾਸ ਨੰਗਲ ਦੀ ਗੜੀ ਤੋਂ ਲੈ ਕੇ ਚੱਲੇ ਨੇ। ਔਰ ਏਸ਼ੀਆ ਦਾ ਸਭ ਤੋਂ ਵੱਡਾ ਜਿਹੜੀ ਮੁਗਲ ਸਰਕਾਰ ਦੀ ਹਕੂਮਤ ਚੱਲਦੀ ਸੀ, ਉਹ ਤਕਰੀਬਨ ਇੱਥੇ ਪੰਜਾਬ ਦੇ ਵਿੱਚ ਹੀ ਚੱਲਦੀ ਸੀ। ਪੰਜਾਬ ਤੋਂ ਪਹਿਲਾਂ ਤੋਂ ਹੀ ਜਿਹੜੀਆਂ ਸਰਕਾਰਾਂ ਨੇ, ਜੇ ਉਹਨਾਂ ਨੇ ਪੂਰੇ ਭਾਰਤ ਦੇ ਵਿੱਚ ਕਿਤੇ ਕਬਜ਼ਾ ਕਰਨਾ ਹੁੰਦਾ ਸੀ ਤੇ ਸਭ ਤੋਂ ਪਹਿਲਾਂ ਆ ਕੇ ਉਹ ਪੰਜਾਬ 'ਤੇ ਕਬਜ਼ਾ ਕਰਨ ਦਾ ਯਤਨ ਕਰਦੇ ਸੀ, ਕਿਉਂਕਿ ਪੰਜਾਬ ਦੀ ਧਰਤੀ ਨੇ ਇਹੋ ਜਿਹੇ ਸੂਰਮੇ ਪੈਦਾ ਕੀਤੇ ਨੇ ਜਿਹੜੇ ਬਾਕੀ ਦੇ ਸਾਰੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਰੁਤਬਾ ਰੱਖਦੇ ਸਨ। ਇਸ ਲਈ ਇਹਨਾਂ ਨੇ ਨਵੇਂ, ਸਭ ਤੋਂ ਵੱਡਾ ਸੀ ਜਿਹੜਾ ਇਹ ਪੰਜਾਬ ਦੇ ਵਿੱਚ ਇਹਨਾਂ ਨੇ ਆਪਣਾ ਗੜ੍ਹ ਬਣਾਇਆ ਹੋਇਆ ਸੀ, ਤਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਮਨੁੱਖ ਐਸਾ ਪੈਦਾ ਨਾ ਹੋਵੇ ਜੇ ਕੋਈ ਸਿਰ ਚੁੱਕਦਾ ਹੈ ਤੇ ਉਹਨੂੰ ਮੌਕੇ 'ਤੇ ਹੀ ਪਕੜਿਆ ਜਾਵੇ। ਗੁਰਦਾਸ ਨੰਗਲ ਦੀ ਗੜੀ ਤੋਂ ਜਦੋਂ
ਗ੍ਰਿਫਤਾਰ ਕਰਕੇ ਲੈ ਕੇ ਗਏ ਨੇ ਇਹ ਦਿੱਲੀ ਵੱਲ ਨੂੰ। ਜਾਂਦੇ ਜਾਂਦਿਆਂ ਨੇ ਇਹਨਾਂ ਨੇ ਸੋਚਿਆ, ਕਹਿਣ ਲੱਗੇ 8 ਮਹੀਨੇ ਲਗਾਤਾਰ ਘੇਰਾ ਪਾ ਕੇ ਰੱਖਿਆ ਹੈ, 8 ਮਹੀਨਿਆਂ ਬਾਅਦ ਜੇ ਇੰਨੇ ਕੁ ਜਾਣਿਆਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਵਾਂਗੇ ਤੇ ਦਿੱਲੀ ਤੋਂ ਬੜੀ ਮਾਰ ਪੈਣੀ ਹੈ ਕਿ ਤੁਸੀਂ ਸਿਰਫ ਇੰਨੇ ਜਾਣਿਆਂ ਨੂੰ ਗ੍ਰਿਫਤਾਰ ਕਰ ਸਕੇ। ਲਾਹੌਰ ਤੋਂ ਲੈ ਕੇ ਦਿੱਲੀ ਤੱਕ ਇਹਨਾਂ ਨੇ ਫਰਸ਼ੀਅਰ ਨੇ ਹੁਕਮ ਕਰ ਦਿੱਤਾ, ਕਹਿੰਦੇ ਜਿੱਥੇ ਵੀ ਸਿੱਖ ਮਿਲਦਾ ਹੈ ਉਹਦਾ ਤੁਸੀਂ ਸਿਰ ਵੱਢ ਲਓ, ਉਹਦਾ ਧੜ ਵੀ ਲੈ ਲਓ, ਤੁਹਾਨੂੰ ਵਾਜਬ ਇਨਾਮ ਮਿਲਣਗੇ। ਲਾਹੌਰ ਤੋਂ ਲੈ ਕੇ ਦਿੱਲੀ ਤੱਕ ਜਾਂਦੇ ਜਾਂਦਿਆਂ ਨੇ ਇਹਨਾਂ ਨੇ 3000 ਸਿੱਖ ਦਾ ਸਿਰ ਵੱਢ ਕੇ ਨਾਲ ਲੈ ਕੇ ਗਏ ਨੇ। ਦਿੱਲੀ ਦੀਆਂ ਉਹ ਸੜਕਾਂ ਜਿਹੜੀਆਂ ਧੜਾਂ ਦਾ ਖੂਨ ਨਿਕਲ ਨਿਕਲ ਕੇ ਲੱਥ-ਪੱਥ ਹੋ ਗਈਆਂ ਸਨ, ਦਿੱਲੀ ਦੇ ਲੋਕ ਦੇਖ ਕੇ ਦੰਗ ਰਹਿ ਗਏ ਸੀ। ਕਹਿੰਦੇ ਇਹੋ ਜਿਹਾ ਤੇ ਅੱਜ ਤੱਕ ਕੋਈ ਵੀ ਨਹੀਂ ਦੇਖਿਆ ਜਿਹੜਾ ਇਹ ਕਰਮ ਇਹਨਾਂ ਨੇ ਕੀਤਾ ਹੈ। ਔਰ ਉੱਥੇ ਲੈ ਕੇ ਚਲੇ ਗਏ ਸਨ ਇਹਨਾਂ ਨੂੰ। ਬਾਬਾ ਬੰਦਾ ਸਿੰਘ ਬਹਾਦਰ ਨੂੰ ਅਤੇ ਬਾਬਾ ਬਾਜ ਸਿੰਘ ਨੂੰ 25 ਸਿੰਘ ਸਨ ਇਹ ਜਥੇਦਾਰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ। ਬਾਕੀ ਦੀ ਸਾਰੀ ਇਹਨਾਂ ਨਾਲ ਫੌਜ ਰੱਖੀ ਹੋਈ ਸੀ। ਔਰ ਇਹਨਾਂ ਨੂੰ ਕਮਰੂਦੀਨ ਫਰਸ਼ੀਅਰ ਨੇ ਆਪਣੇ ਅੰਦਰ ਰੱਖਿਆ ਹੈ, ਕੰਟਰੋਲ ਦੇ ਵਿੱਚ, ਜੇਲ੍ਹ ਦੇ ਵਿੱਚ ਰੱਖਿਆ। ਇਹਨਾਂ ਨੂੰ ਬੜੇ ਤਸੀਹੇ ਦਿੱਤੇ ਗਏ। ਅਕਸਰ ਫਰਸ਼ੀਅਰ ਨੇ ਹੁਕਮ ਕੀਤਾ ਸੀ, ਕਹਿੰਦੇ 100 ਸਿੱਖ ਦਾ ਇੱਕ ਦਿਨ ਵਿੱਚ ਕਤਲ ਹੋਣਾ ਚਾਹੀਦਾ ਹੈ ਤਾਂ ਕਿ ਇਹ ਜਿਹੜੇ ਹੈ ਆਪਣੇ ਧਰਮ ਦੇ ਅੰਦਰ ਪ੍ਰਵੇਸ਼ ਕਰ ਜਾਣ। 3 ਦਿਨ ਲਗਾਤਾਰ 100 ਸਿੱਖ ਦਾ ਕਤਲ ਹੁੰਦਾ ਰਿਹਾ ਹੈ, 100 ਸਿਰ ਵੱਢੇ ਜਾ ਰਹੇ ਨੇ। ਤੀਜੇ ਦਿਨ ਆ ਕੇ ਜਦੋਂ ਨੇ ਫਰਸ਼ੀਅਰ ਨੇ ਪੁੱਛਿਆ, ਕਹਿਣ ਲੱਗੇ ਕਿੰਨਿਆਂ ਕੁ ਨੇ ਦੀਨ ਕਬੂਲ ਕਰ ਲਿਆ? ਕਹਿੰਦੇ ਜੀ ਇੱਕ ਨੇ ਵੀ ਨਹੀਂ। ਕਤਲ ਕਿੰਨੇ ਕੀਤੇ ਗਏ? ਕਹਿੰਦੇ 300। ਕਮਾਲ ਦੀ ਗੱਲ ਹੈ, ਕਹਿੰਦੇ 300 ਬੰਦੇ ਦਾ ਕਤਲ ਕਰ ਦਿੱਤਾ, ਇੱਕ ਵੀ ਨਹੀਂ ਮੰਨਿਆ। ਕਹਿਣ ਲੱਗੇ ਨਹੀਂ ਮੰਨਿਆ। ਚੌਥੇ ਦਿਨ ਇੱਕ ਰੋਟੀ ਲੈ ਕੇ, ਕਿਉਂਕਿ ਇਹਨਾਂ ਨੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਭੁੱਖੇ ਰੱਖਿਆ ਸੀ। ਭੁੱਖੇ ਰੱਖਣਾ ਵੀ ਇੱਕ ਬਹੁਤ ਵੱਡਾ, ਭੁੱਖ ਵੀ ਇੱਕ ਬਹੁਤ ਵੱਡਾ ਤਸੀਹਾ ਮੰਨਿਆ ਗਿਆ। ਰੋਟੀ ਲੈ ਕੇ ਗਿਆ ਉਹਨੇ ਇੱਕ ਬਜ਼ੁਰਗਾਂ ਨੂੰ। ਫਰਸ਼ੀਅਰ ਨੇ ਇੱਕ ਰੋਟੀ ਦਿੱਤੀ ਹੈ, ਇਹ ਬਜ਼ੁਰਗੋ ਤੁਸੀਂ ਇਹ ਰੋਟੀ ਖਾ ਲਓ, ਬਹੁਤ ਦਿਨਾਂ ਦੇ ਭੁੱਖੇ ਹੋ। ਉਹ ਬਜ਼ੁਰਗ ਨੇ ਉਹ ਰੋਟੀ ਇੱਕ ਕੋਲ ਬੈਠੇ ਨੌਜਵਾਨ ਨੂੰ ਦੇ ਦਿੱਤੀ। ਇਹ ਨੌਜਵਾਨ, ਇਹ ਰੋਟੀ ਦਾ ਟੁਕੜਾ ਤੂੰ ਖਾ ਲੈ, ਮੈਂ ਤੇ ਹੁਣ ਅਕਾਲ ਚਲਾਣਾ ਕਰ ਹੀ ਜਾਣਾ, ਤੂੰ ਮੌਕੇ ਦੀ ਹਕੂਮਤ ਦੇ ਨਾਲ ਲੜੇਗਾ ਕੁਛ ਦਿਨ। ਉਹ ਨੌਜਵਾਨ ਨੇ ਕੋਲ ਇੱਕ ਛੋਟਾ ਜਿਹਾ ਬੱਚਾ ਬੈਠਾ ਸੀ, ਉਸ ਬੱਚੇ ਨੂੰ ਰੋਟੀ ਦੇ ਦਿੱਤੀ ਹੈ ਕਿ ਮੈਂ ਨੌਜਵਾਨ, ਮੈਂ ਹਜੇ 1-2 ਦਿਨਾਂ ਦੀ ਭੁੱਖ ਹੋਰ ਸਹਿ ਲਵਾਂਗਾ, ਤੂੰ ਬੱਚਾ ਤੈਥੋਂ ਭੁੱਖ ਨਹੀਂ ਸਹੀ ਜਾ ਰਹੀ, ਇਹ ਰੋਟੀ ਤੂੰ ਖਾ ਲੈ। ਜਦੋਂ ਬੱਚੇ ਨੂੰ ਰੋਟੀ ਦਿੱਤੀ ਗਈ ਤੇ ਬੱਚੇ ਨੇ ਉਹ ਰੋਟੀ ਅਗਾਹਾਂ ਦੇ ਦਿੱਤੀ। 400 ਹੱਥ ਦੇ ਵਿੱਚ ਦੀ ਹੋ ਕੇ ਉਹ ਰੋਟੀ ਵਾਪਸ ਮੁੜ ਕੇ ਫੇਰ ਫਰਸ਼ੀਅਰ ਦੇ ਕੋਲ ਆ ਗਈ। ਉਹ ਕਹਿਣ ਲਏ ਅਸੀਂ ਬਾਜਾਂ ਵਾਲੇ ਦੇ ਉਹ ਪੁੱਤ ਹਾਂ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਉੱਤੋਂ ਦੀ ਸਾਰਾ ਕੁਛ ਵਾਰਿਆ ਤੇ ਅਸੀਂ ਤੇਰੀ ਇੱਕ ਰੋਟੀ ਦੇ ਮਗਰ ਲੱਗ ਕੇ ਤੇਰਾ ਦੀਨ ਕਬੂਲ ਨਹੀਂ ਕਰਨ ਵਾਲੇ। ਉਹਨੇ ਕਿਹਾ ਯਾ ਅੱਲਾ, ਇਹ ਕੈਸੀ ਕੌਮ ਇਸ ਧਰਤੀ ਤੇ ਪੈਦਾ ਹੋਈ ਹੈ, ਇਹ ਤੇ ਮੌਤ ਤੋਂ ਬਿਲਕੁਲ ਵੀ ਨਹੀਂ ਡਰਦੇ।
ਰੋਟੀ ਮੋੜੀ ਤੇ ਕਹਿਣ ਲੱਗੇ ਹੁਣ ਇਹਨਾਂ ਨੂੰ ਫਿਰ ਕਤਲ ਕਰਨ ਦਾ ਹੁਕਮ ਦੇ ਦਿੱਤਾ ਗਿਆ। ਕਹਿੰਦੇ ਇਹਨਾਂ ਦੇ ਕਤਲ ਕੀਤੇ ਜਾਣ। 100 ਦੇ ਫਿਰ ਕਤਲ ਕਰਨ ਲੱਗੇ ਨੇ। ਕਹਿੰਦੇ ਇਹ ਤੇ ਹੁਣ ਦੀਨ-ਏ ਕਬੂਲ ਕਿਸੇ ਵੀ ਹਿਸਾਬ ਦੇ ਨਾਲ ਨਹੀਂ ਕਰ ਰਹੇ, ਤੇ ਹੁਣ ਇਹਨਾਂ ਨੂੰ ਕੋਈ ਨਾ ਕੋਈ ਬਹੁਤ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾਵੇ। ਕਿਉਂਕਿ ਭਾਰਤ ਦੇ ਵਿੱਚ, ਇਹ ਪੰਜਾਬ ਦੀ ਧਰਤੀ 'ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕੋ ਹੀ ਬਾਦਸ਼ਾਹ ਐਸੇ ਹੋਏ ਨੇ ਜਿਨ੍ਹਾਂ ਨੇ ਨਾ ਤੇ ਆਪਣੇ ਸੀਸ 'ਤੇ ਕਲਗੀ ਸਜਾਈ, ਅਤੇ ਜਿਹੜਾ ਸਿੱਕਾ ਚਲਾਇਆ ਸੀ ਉਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ 'ਤੇ ਚਲਾਇਆ। ਰਹੇ ਵੀ ਬਾਦਸ਼ਾਹ, ਪਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਰਾਬਰੀ ਨਹੀਂ ਕੀਤੀ ਸੀ। ਸਿੱਕਾ ਵੀ ਚਲਾਇਆ, ਆਪਣੀ ਮੋਹਰ ਵੀ ਬਣਾਈ, ਜਿਹਦੇ ਮੋਹਰ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਮੋਹਰ ਲੱਗੀ ਹੋਈ ਸੀ। ਉੱਤੇ ਆਪਣਾ ਨਾਮ ਨਹੀਂ ਲਿਖਿਆ ਸੀ ਉਹਨਾਂ ਨੇ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਵਿੱਚ ਜਦ ਉਹਨਾਂ ਨੇ ਸਾਰਾ ਕੁਝ ਕੀਤਾ ਤੇ ਕਹਿਣ ਲੱਗੇ ਹੁਣ ਇਹ ਤੇ ਕਿਸੇ ਹਿਸਾਬ ਤੇ ਦੀਨ-ਏ ਕਬੂਲ ਨਹੀਂ ਕਰਨਗੇ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੀਰ ਬਖਸ਼ੇ ਸਨ, ਹੋਰ ਬਖਸ਼ਿਸ਼ਾਂ ਕੀਤੀਆਂ ਸੀ, ਉੱਥੇ ਨਾਲ ਨਾਲ ਇਹ ਵੀ ਬਖਸ਼ਿਸ਼ ਕੀਤੀ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਸਮਾਂ ਆਉਣ 'ਤੇ ਕਰਤਾਰ ਦਾ ਭਗਵਾਨ ਪਰਮੇਸ਼ਰ ਦਾ ਜਿਹੜਾ ਹੈ ਉਹ ਭਾਣੇ ਨੂੰ ਸਤ ਕਰਕੇ ਵੀ ਤੁਸੀਂ ਮੰਨਣਾ ਹੈ। ਇਹ ਭਾਣਾ ਕਰਤਾਰ ਦਾ ਤੁਸੀਂ ਸਤ ਕਰਕੇ ਮੰਨਣਾ ਹੈ। ਕਹਿਣ ਲੱਗੇ ਉਹ ਜਿਹੜਾ ਬਚਨ ਸੀ ਕਲਗੀਧਰ ਮਹਾਰਾਜ ਜੀਆਂ ਦਾ, ਉਹ ਸਾਰੇ ਦਾ ਸਾਰਾ ਬਚਨ ਯਾਦ ਸੀ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦੇ। ਔਰ ਇਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਖਵਾਜਾ ਮਖਤੂਮ ਦੀ ਸਮਾਧ ਦੇ ਅੱਗੇ ਲੈ ਕੇ ਆਂਦਾ ਗਿਆ। ਇਹਨਾਂ ਦੇ ਜਿਹੜੇ ਨਾਲ ਦੇ ਸਿੰਘ ਸੀਗੇ ਉੱਥੇ, ਉਹਨਾਂ ਦੇ ਵਿੱਚ ਸੀ ਜਿਨ੍ਹਾਂ ਦੀਆਂ ਪੈਰਾਂ ਵਿੱਚ ਬੇੜੀਆਂ, ਹੱਥਾਂ ਵਿੱਚ ਹੱਥ ਕੜੀਆਂ, ਸਾਰਾ ਸਰੀਰ ਸੰਗਲਾਂ ਦੇ ਨਾਲ ਬੰਨ੍ਹਿਆ ਹੋਇਆ। ਉਹਨਾਂ ਮਹਾਨ ਜਰਨੈਲਾਂ ਦੇ ਵਿੱਚ ਕੌਣ ਸੀ? ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਖੜੇ ਸਨ ਬਾਬਾ ਬਾਜ ਸਿੰਘ। ਔਰ ਇਹਨਾਂ ਨੇ ਜਿਹੜੇ ਇਹ ਬਾਕੀ ਦੇ ਜਥੇਦਾਰ ਸਿੰਘ ਸਨ, ਇਹਨਾਂ ਸਾਰਿਆਂ ਨੂੰ ਸ਼ਹੀਦ ਕਰਕੇ ਇਹਨਾਂ ਦੇ ਸਾਰਿਆਂ ਦੇ ਜਿਹੜੇ ਸੀਗੇ ਸਿਰਾਂ ਨੂੰ ਨੇਜਿਆਂ ਉੱਤੇ ਗੱਡ ਕੇ 25 ਸਿੰਘਾਂ ਦੇ ਸਰੀਰ, ਉਹਨਾਂ ਦੇ ਸਿਰ ਸੀ ਜਿਹੜੇ, ਇਹਨਾਂ ਨੇ ਨੇਜਿਆਂ 'ਤੇ ਗੱਡ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ 4 ਚਫੇਰੇ ਸੀ ਜਿਹੜੇ ਉਹ ਖੜੇ ਕਰ ਦਿੱਤੇ ਨੇ। ਵਿਚਕਾਰ ਖੜੇ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਬਾਜ ਸਿੰਘ। ਬਾਬਾ ਬਾਜ ਸਿੰਘ ਨੂੰ ਇਹ ਕਹਿਣ ਲੱਗੇ, ਕਹਿੰਦੇ ਬਾਜ ਸਿੰਘ, ਕਹਿੰਦੇ ਤੁਹਾਡੇ ਵਿੱਚੋਂ ਫਰਤੀਲਾ ਮਨੁੱਖ ਹੈ ਇੱਕ ਜਥੇਦਾਰ, ਉਸ ਦਾ ਨਾਮ ਹੈ ਬਾਜ ਸਿੰਘ। ਉਹ ਕਹਿਣ ਲੱਗੇ ਕੌਣ ਹੈ? ਬਾਬਾ ਬਾਜ ਸਿੰਘ ਜੀ ਕਹਿਣ ਲੱਗੇ ਉਹ ਮੈਂ ਹਾਂ। ਕਿਉਂਕਿ ਬਾਜ ਦੇ ਉਹ ਆਪਣਾ ਸ਼ਿਕਾਰ ਖੁਦ ਕਰਦਾ ਹੈ ਤੇ ਉਹਨੇ ਸ਼ਿਕਾਰ ਦੇ ਉੱਪਰ ਝਪਟਣਾ ਹੈ, ਝਪਟ ਕੇ ਫੇਰ ਝਪਟ ਜਾਣਾ ਹੈ, ਆਪਣੇ ਸ਼ਿਕਾਰ ਨੂੰ ਚੁੱਕ ਲੈਣਾ ਹੈ। ਤਾਂ ਬਾਜ ਦੇ ਵਿੱਚ ਫਰਤੀਲਾ ਪੰਛੀ ਇਹ ਬੰਨਿਆ ਗਿਆ ਸਾਰੇ ਪੰਛੀਆਂ ਦੇ ਵਿੱਚੋਂ, ਜੋ ਆਪਾਂ ਕੱਲ੍ਹ ਸਰਵਣ ਕੀਤਾ ਸੀ। ਕਹਿਣ ਲੱਗੇ ਬਾਜ ਸਿੰਘ ਮੇਰਾ ਨਾਮ ਹੈ। ਕਹਿੰਦੇ ਹੁਣ ਤੇਰਾ ਫਰਤੀਲਾਪੁਣ ਕਿੱਧਰ ਗਿਆ? ਕਿੰਨਾ ਕੁ ਤੋਂ ਫਰਤੀਲਾ ਹੈ? ਗਵਰਨਰ ਬਣਾਇਆ ਸੀ ਸਰਹੰਦ ਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਬਾਜ ਸਿੰਘ ਨੂੰ। ਹੁਣ ਤੇਰਾ ਫਰਤੀਲਾਪੁਣ ਕਿੱਧਰ ਚਲਿਆ ਗਿਆ? ਤੋ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਬਾਜ ਸਿੰਘ ਜੀ ਉਹਨਾਂ ਨੂੰ ਕਹਿਣ ਲੱਗੇ ਜੇ ਮੇਰਾ ਫਰਤੀਲਾਪੁਣ ਹਜੇ ਵੀ ਤੈਨੂੰ ਕੋਈ ਸ਼ੱਕ ਹੈ, ਜੇ ਦੇਖਣਾ ਚਾਹੁੰਦਾ ਹੈ, ਤੇ ਜਾਂ ਤਾਂ ਇੱਕ ਬੇੜੀ ਪੈਰ ਦੇ ਵਿੱਚੋਂ ਖੋਲ ਦੇ, ਜਾਂ ਇੱਕ ਹੱਥ ਦੇ ਵਿੱਚੋਂ ਇੱਕ ਹੱਥ ਕੜੀ ਖੋਲ ਦੇ, ਮੈਂ ਤੈਨੂੰ ਆਪਣਾ ਫਰਤੀਲਾਪੁਣ ਦਿਖਾ ਦੇਵਾਂਗਾ। ਉਹਨਾਂ ਨੇ ਸੋਚਿਆ, ਕਹਿਣ ਲੱਗੇ ਹੁਣ ਇਹ ਇੰਨੇ ਦਿਨਾਂ ਦੇ ਭੁੱਖੇ ਨੇ,
ਇੰਨੇ ਦਿਨਾਂ ਦੇ ਭੁੱਖੇ ਨੇ, ਇੰਨੇ ਦਿਨਾਂ ਦੇ ਭੁੱਖੇ ਇਹ ਹੁਣ ਬਾਬਾ ਬਾਜ ਸਿੰਘ ਹੁਣ ਕੀ ਕਰ ਲਵੇਗਾ। ਅਕਸਰ ਭੁੱਖ ਵੀ ਤੇ ਮਨੁੱਖ ਨੂੰ ਬਹੁਤ ਵੱਡਾ ਦੁੱਖ ਮੰਨਿਆ ਗਿਆ। ਉਹ ਕਹਿਣ ਲੱਗੇ ਚਲੋ ਠੀਕ ਹੈ, ਜਿਵੇਂ ਤੂੰ ਕਹਿਣਾ ਅੱਜ ਤੇਰਾ ਫਰਤੀਲਾਪਣ ਦੇਖ ਲੈਂਦੇ ਆ। ਸਿਪਾਹੀਆਂ ਨੂੰ ਹੁਕਮ ਕੀਤਾ, ਜਿਉਂ ਹੀ ਸਿਪਾਹੀਆਂ ਨੇ ਬਾਬਾ ਬਾਜ ਸਿੰਘ ਦਾ ਸਿਰਫ ਇੱਕ ਹੱਥ ਦੇ ਵਿੱਚੋਂ ਹੱਥ ਕੜੀ ਲਾਹੀ ਹੈ, ਇੱਕ ਹੱਥ ਦੇ ਵਿੱਚੋਂ, ਇੱਕ ਹੱਥ ਦੇ ਵਿੱਚੋਂ ਹੱਥ ਕੜੀ ਬਾਬਾ ਬਾਜ ਸਿੰਘ ਦੇ ਲਾਹੀ ਹੈ, ਤੇ ਬਾਬਾ ਬਾਜ ਸਿੰਘ ਨੇ ਝਪਟ ਕੇ ਉਸੇ ਸਿਪਾਹੀ ਦੀ ਤਲਵਾਰ ਕੱਢ ਕੇ ਕੁਝ ਸੈਂਕੜ ਦੇ ਵਿੱਚ ਹੀ ਇੱਕ ਹੱਥ ਦੇ ਨਾਲ 13 ਸਿਪਾਹੀਆਂ ਦੇ ਸਿਰ ਵੱਢ ਕੇ ਪਾਸੇ ਸੁੱਟ ਦਿੱਤੇ ਨੇ ਬਾਬਾ ਬਾਜ ਸਿੰਘ ਜੀ ਨੇ। ਤੇ ਜਿਹਨੇ ਹੁਕਮ ਦਿੱਤਾ ਸੀ, ਕਹਿਣ ਲੱਗੇ ਇਹ ਹੁਣ ਕੀ ਕਰ ਲਵੇਗਾ, ਉਹ ਆਪਣਾ ਤਖਤ ਤਾਜ ਛੱਡ ਕੇ ਭੱਜ ਗਿਆ ਸੀ ਕਿ ਹੁਣ ਇਹਦਾ ਇਹ ਨਹੀਂ ਪਤਾ ਕਿ ਸਾਰਿਆਂ ਨੂੰ ਖਤਮ ਕਰਕੇ ਰੁਕੇ ਇੱਕ ਹੱਥ ਦੇ ਨਾਲ। ਤੇ ਉੱਥੇ ਜਦ ਬਾਬਾ ਬਾਜ ਸਿੰਘ ਜੀਆਂ ਦਾ ਇੱਕ ਹੱਥ ਛੱਡਿਆ ਗਿਆ ਸੀ, ਜਦ 13 ਸਿਪਾਹੀ ਉਹਨਾਂ ਦੇ ਕਤਲ ਕਰ ਦਿੱਤੇ, ਤੇ ਬਾਬਾ ਬਾਜ ਸਿੰਘ ਜੀਆਂ ਨੂੰ ਉੱਥੇ 40,000 ਬੰਦੇ ਨੇ ਜਿਹੜਾ ਘੇਰਾ ਪਾਇਆ ਹੋਇਆ ਸੀ, ਉਹਨਾਂ ਨੇ ਬਾਬਾ ਬਾਜ ਸਿੰਘ ਜੀਆਂ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ। ਤੇ ਬਾਬਾ ਬਾਜ ਸਿੰਘ ਜੀਆਂ ਦਾ ਜਿਹੜਾ ਸਿਰ ਸੀ ਉਹ ਵੱਢ ਕੇ ਨੇਜੇ ਤੇ ਗੱਡ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਰੱਖਿਆ ਗਿਆ ਕਿ ਹੁਣ ਤੇ ਤੇਰਾ ਜਿਹੜਾ ਬਹੁਤ ਵੱਡਾ ਜਰਨੈਲ ਜਿਹਨੂੰ ਤੂੰ ਆਪਣਾ ਮੰਨਦਾ ਸੀ, ਉਹ ਤੇਰਾ ਜਰਨੈਲ ਵੀ ਸ਼ਹੀਦ ਹੋ ਗਿਆ, ਹੁਣ ਤੇ ਤੂੰ ਦੀਨ ਕਬੂਲ ਕਰ ਲੈ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ ਨਹੀਂ, ਜੋ ਕਲਗੀਧਰ ਮਹਾਰਾਜ ਨੇ ਹੁਕਮ ਕੀਤਾ ਹੈ ਮੈਂ ਉਹ ਹੁਕਮ ਨੂੰ ਮੰਨਾਂਗਾ। ਤੇ ਬਾਬਾ ਬਾਜ ਸਿੰਘ ਜੀਆਂ ਨੇ ਸ਼ਹੀਦੀ ਪ੍ਰਾਪਤ ਕਰ ਲਈ ਹੈ, ਇਹ ਕਹਿਣ ਲੱਗੇ ਹੁਣ ਨਹੀਂ ਮੰਨੇਗਾ। ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦਾ ਪੌਣੇ 4 ਸਾਲ ਦਾ ਪੁੱਤਰ ਉਹਨਾਂ ਦੀ ਗੋਦ ਦੇ ਵਿੱਚ ਪਾਇਆ ਗਿਆ, ਪੌਣੇ 4 ਸਾਲ ਦਾ ਪੁੱਤਰ ਅਜੇ ਸਿੰਘ। ਕਹਿਣ ਲੱਗੇ ਹੁਣ ਤੂੰ ਇਹ ਕਰਮ ਕਰ। ਉਹਨਾਂ ਦੇ ਹੱਥ ਵਿੱਚ ਇੱਕ ਤਿੱਖਾ ਛੁਰਾ ਦੇ ਦਿੱਤਾ ਕਿ ਆਪਣੇ ਪੁੱਤਰ ਦਾ ਤੂੰ ਆਪਦੇ ਹੱਥਾਂ ਦੇ ਨਾਲ ਕਤਲ ਕਰ। ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ ਇਹ ਮੈਂ ਨਹੀਂ ਕਰਾਂਗਾ। ਕਹਿੰਦੇ ਕੀ ਗੱਲ ਡਰ ਗਿਆ? ਨਹੀਂ। ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਬਹੁਤ ਵਧੀਆ ਜਵਾਬ ਸੀ ਉਹਨਾਂ ਨੂੰ। ਉਹ ਕਹਿਣ ਲੱਗੇ ਮੈਂ ਡਰਿਆ ਨਹੀਂ ਆ, ਮੇਰੇ ਕਲਗੀਧਰ ਮਹਾਰਾਜ ਨੇ ਮੈਨੂੰ ਹੁਕਮ ਕੀਤਾ ਹੈ ਕਿ ਆਪ ਤੋਂ ਕਮਜ਼ੋਰ ਤੇ ਕਦੇ ਵਾਰ ਨਹੀਂ ਕਰਨਾ। ਕਲਗੀਧਰ ਮਹਾਰਾਜ ਦਾ ਇਹ ਹੁਕਮ ਹੈ ਕਿ ਆਪ ਤੋਂ ਕਮਜ਼ੋਰ ਤੇ ਕਦੀ ਵਾਰ ਨਹੀਂ ਕਰਨਾ। ਇਹ ਫਰਕ ਸਿਰ ਇਹ ਤੇ ਮੇਰਾ ਪੁੱਤਰ ਹੈ, ਸੱਚ ਜਾਣੀ ਜੇ ਤੇਰਾ ਪੁੱਤਰ ਮੇਰੀ ਗੋਦ ਦੇ ਵਿੱਚ ਪਾਇਆ ਹੁੰਦਾ ਮੈਂ ਵਾਰ ਫੇਰ ਵੀ ਨਹੀਂ ਕਰਨਾ ਸੀ। ਤੂੰ ਤੇ ਮੇਰਾ ਦੁਸ਼ਮਣ ਹੈ, ਮੈਂ ਆਪਣੇ ਦੁਸ਼ਮਣ ਦੇ ਪੁੱਤਰ ਤੇ ਵਾਰ ਵੀ ਨਹੀਂ ਕਰਨਾ ਸੀ, ਤੇ ਫਿਰ ਵੀ ਮੇਰਾ ਪੁੱਤਰ ਹੈ। ਮੈਨੂੰ ਕਲਗੀਧਰ ਮਹਾਰਾਜ ਦਾ ਹੁਕਮ ਹੈ ਔਰ ਕਿ ਕਦੀ ਵੀ ਨਿਹੱਥੇ ਮਨੁੱਖ ਦੇ ਉੱਪਰ, ਆਪ ਤੋਂ ਕਮਜ਼ੋਰ ਦੇ ਮਨੁੱਖ ਦੇ ਉੱਪਰ ਵਾਰ ਨਹੀਂ ਕਰਨਾ। ਕਲਗੀਧਰ ਮਹਾਰਾਜ ਨੇ ਇਹ ਜਿੰਨੇ ਨੰਦੇੜ ਦੇ ਧਰਤੀ ਤੇ 52 ਹੁਕਮ ਜਿਹੜੇ ਸਿੱਖ ਜਗਤ ਨੂੰ ਕੀਤੇ ਨੇ, ਉਹਨਾਂ ਹੁਕਮਾਂ ਦੇ ਵਿੱਚ ਆਇਆ ਕਿ ਆਪ ਤੋਂ ਜੋ ਵੀ ਕਮਜ਼ੋਰ ਹੈ ਉਹ ਤੇ ਕਦੇ ਵਾਰ ਨਹੀਂ ਕਰਨਾ। ਮਨੁੱਖ ਦੀ ਫਿਦਰਤ ਬਣ ਗਈ ਹੈ ਕਿ ਜਦ ਵੀ ਇਹ ਵਾਰ ਕਰਦਾ ਤੇ ਹਮੇਸ਼ਾ ਕਮਜ਼ੋਰ ਤੇ ਕਰਦਾ ਹੈ, ਕਮਜ਼ੋਰ ਤੇ ਕਰਦਾ ਹੈ। ਆਪਣੇ ਤੋਂ ਬਰਾਬਰ ਦੇ ਜਾਂ ਆਪਣੇ ਤੋਂ ਤਾਕਤਵਰ ਮਨੁੱਖ ਤੇ ਕਦੇ ਵਾਰ ਕਰਦਾ ਹੀ ਨਹੀਂ ਹੈ। ਦੁਨੀਆਦਾਰੀ ਦੇ ਵਿੱਚ ਤੇ ਆਮ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਮਨੁੱਖ ਜਦ ਇੱਕ ਦੂਸਰੇ ਨੂੰ ਕੋਈ ਗਾਲੀਆਂ ਕੱਢਦਾ, ਕੋਈ ਵਾਰ ਕਰਦਾ, 4 ਥੱਪੜ ਮਾਰ ਜਾਂਦਾ, ਉਹਨੂੰ ਜਦ ਕੋਈ 4 ਜਾਣੇ ਸਿਆਣੇ ਇਕੱਠੇ ਹੋਦੇ ਕਹਿੰਦੇ ਜੇ ਬਲੱਡ ਵੱਧ ਗਿਆ ਇਹ ਤੇ ਤਾਂ ਗਾਲੀਆਂ ਦੇ ਗਿਆ, ਤਾਂ ਥੱਪੜ ਮਾਰ ਗਿਆ। ਦੁਨੀਆ ਦੇ ਵਿੱਚ ਆਮ ਕਹਾਵਤ ਹੁਣ ਚੱਲਦੀ ਹੈ ਮੌਜੂਦਾ ਸਮੇਂ ਵਿੱਚ, ਬਲੱਡ ਵੱਧਦਾ ਹੈ। ਇਹ ਜਿਹਦਾ ਬਲੱਡ ਵੱਧਦਾ ਹੋਵੇ ਨਾ, ਉਹ ਬਲੱਡ ਹਮੇਸ਼ਾ ਕਮਜ਼ੋਰ ਤੇ ਵੱਧਦਾ ਹੈ, ਤਾਕਤਵਰ ਤੇ ਕਦੇ ਬਲੱਡ ਨਹੀਂ ਵੱਧਦਾ। ਉਦੋਂ ਤੇ ਬਲੱਡ ਡਾਊਨ ਹੋ ਜਾਂਦਾ ਉਹਨੂੰ ਦੇਖ ਕੇ, ਕਮਜ਼ੋਰ ਤੇ ਵੱਧਦਾ ਜਦੋਂ ਵੀ ਵੱਧਦਾ ਹੈ। ਆਮ ਦੁਨੀਆ ਦੇ ਵਿੱਚ ਇਹ ਗੱਲ ਚੱਲੀ ਹੈ। ਖੈਰ
ਆਪ ਤੋਂ ਕਮਜ਼ੋਰ ਤੇ ਕਦੇ ਵਾਰ ਨਹੀਂ ਕਰਨਾ। ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਸਾਨੂੰ ਕਲਗੀਧਰ ਮਹਾਰਾਜ ਦਾ ਇਹ ਹੁਕਮ ਹੈ। ਠੀਕ ਹੈ, ਉਹਨਾਂ ਨੇ ਉਹਨਾਂ ਦੇ ਪੁੱਤਰ ਨੂੰ ਚੁੱਕਿਆ ਗੋਦ ਵਿੱਚੋਂ ਤੇ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ 4 ਚਫੇਰੇ 25 ਸਿਰ ਨੇਜੇ ਤੇ ਗੱਡੇ ਹੋਏ ਨੇ। ਥੜੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੌਣੇ 4 ਸਾਲ ਦੇ ਪੁੱਤਰ ਨੂੰ ਰੱਖਿਆ ਹੈ। ਤਿੱਖੀ ਛੁਰੀ ਦੇ ਨਾਲ ਉਹਦੇ ਜਿਉਂਦੇ ਦਾ ਕਾਲਜਾ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾ ਦਿੱਤਾ ਤੇ ਉਹਦਾ ਜਿੰਨਾ ਖੂਨ ਸੀ ਉਹ ਸਾਰੇ ਦਾ ਸਾਰਾ ਖੂਨ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਦੇ ਮੁਖੜੇ ਤੇ ਅਤੇ ਸਾਰੇ ਉਹਨਾਂ ਨੇ ਸਰੀਰ ਤੇ ਲੱਥ ਪਰਥ ਕਰ ਦਿੱਤਾ। ਪੌਣੇ ਸਾਲ ਦੇ ਪੁੱਤਰ ਦੇ 26 ਟੁਕੜੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਦੇ ਵਿੱਚ ਹਾਰ ਪਾਇਆ ਗਿਆ ਸੀ। ਪੌਣੇ 4 ਸਾਲ ਦੇ ਪੁੱਤਰ ਦੇ 26 ਟੁਕੜੇ ਕਰਕੇ ਗਲ ਵਿੱਚ ਹਾਰ ਪਾਇਆ। ਕਹਿਣ ਲੱਗੇ ਹੁਣ ਤਾਂ ਦੀਨ ਕਬੂਲ ਕਰ ਲੈ, ਅੱਖਾਂ ਮੀਟੀ ਬੈਠਾ, ਕੀ ਸੋਚਦਾ ਹੈ? ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਮੈਂ ਇਹ ਸੋਚ ਰਿਹਾ, ਇਹ ਬੇਨਤੀਆਂ ਕਰ ਰਿਹਾ ਕਲਗੀਧਰ ਮਹਾਰਾਜ ਦੇ ਅੱਗੇ ਕਿ ਐ ਕਲਗੀਧਰ ਮਹਾਰਾਜ, ਜਦ ਤੁਸੀਂ ਮੈਨੂੰ ਨੰਦੇੜ ਦੀ ਧਰਤੀ ਤੋਂ ਤੋਰਿਆ ਸੀ ਉਸ ਵਕਤ ਇਹ ਮੇਰਾ ਪੁੱਤਰ ਵੀ ਨਹੀਂ ਸੀ, ਉਸ ਵਕਤ ਇਹ ਸਾਰੇ ਸਿੰਘ ਵੀ ਨਹੀਂ ਸਨ, ਉੱਥੋਂ ਮੈਂ ਇਕੱਲਾ ਚੱਲਿਆ ਸੀ 5 ਸਿੰਘਾਂ ਦੇ ਜਥੇ ਦੇ ਨਾਲ। ਅੱਜ ਉਹ ਸਾਰੇ ਸਿੰਘ, ਇਹ ਪੌਣੇ 4 ਸਾਲ ਦਾ ਪੁੱਤਰ ਤੁਹਾਡੀ ਗੋਦ ਵਿੱਚ ਪਹੁੰਚ ਗਿਆ, ਮੈਨੂੰ ਤੁਸੀਂ ਦੇਰੀ ਕਿਉਂ ਕਰ ਰਹੇ ਹੋ? ਆਪਣੀ ਗੋਦ ਦੇ ਵਿੱਚ ਮੈਨੂੰ ਜਲਦੀ ਬੁਲਾ ਲਓ। ਇਹ ਮੈਂ ਬੇਨਤੀਆਂ ਕਰ ਰਿਹਾ ਕਲਗੀਧਰ ਮਹਾਰਾਜ ਦੇ ਅੱਗੇ। ਇਹ ਨਹੀਂ ਹੈ ਕਿ ਮੈਂ ਤੁਹਾਤੋਂ ਡਰ ਰਿਹਾ ਜਾਂ ਮੈਂ ਦੀਨ ਕਬੂਲ ਕਰਨ ਵਾਸਤੇ ਤਿਆਰ ਹੋ ਰਿਹਾ, ਐਸਾ ਨਹੀਂ ਹੈ। ਮੈਂ ਕਲਗੀਧਰ ਮਹਾਰਾਜ ਨੂੰ ਬੇਨਤੀਆਂ ਕਰ ਰਿਹਾ ਕਿ ਮੈਨੂੰ ਜਲਦੀ ਆਪਣੀ ਗੋਦ ਦੇ ਵਿੱਚ ਤੁਸੀਂ ਬੁਲਾ ਲਓ। ਟੁਕੜਾ ਪਵਾ ਕੇ ਗਲ ਦੇ ਵਿੱਚ ਹਾਰ ਪਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ, ਔਰ ਫਿਰ ਵੀ ਕਲਗੀਧਰ ਮਹਾਰਾਜ ਜੀਆਂ ਨੂੰ ਇਹ ਕਹਿਣ ਲੱਗੇ, ਕਹਿੰਦੇ ਤੂੰ ਇਹ ਕਲਗੀਧਰ ਮਹਾਰਾਜ ਨੂੰ ਬੇਨਤੀ ਕਰਦਾ? ਹਾਂ। ਕਹਿੰਦੇ ਹੁਣ ਤੇ ਤੇਰੇ ਪੁੱਤਰ ਦੇ ਵੀ ਟੁਕੜੇ ਕਰਕੇ ਤੇਰੇ ਗਲ ਵਿੱਚ ਹਾਰ ਪਾ ਦਿੱਤਾ ਹੈ। ਉਹ ਕਹਿਣ ਲੱਗੇ ਕੋਈ ਗੱਲ ਨਹੀਂ, ਆ ਜਿਹੜਾ ਮੇਰੇ ਪੁੱਤਰ ਦਾ ਕਾਲਜਾ ਕੱਢ ਕੇ ਤੁਸੀਂ ਮੇਰੇ ਮੂੰਹ ਨੂੰ ਲਾਇਆ, ਜਦ ਵੀ ਵਿਆਹ ਸ਼ਾਦੀਆਂ ਦੇ ਸਮਾਗਮ ਹੁੰਦੇ ਨੇ ਤੇ ਉਦੋਂ ਮੂੰਹ ਦੇ ਵਿੱਚ ਮਿਠਾਸ ਪਾਈ ਜਾਂਦੀ ਹੈ, ਤੇ ਜਦੋਂ ਕੋਈ ਜਿੱਤ ਕੇ ਸਮਾਜ ਦੇ ਵਿੱਚੋਂ ਜਾਂਦਾ ਹੈ, ਮੈਂ ਲਾੜੀ ਮੌਤ ਵਿਆਹਣੀ ਹੈ, ਇਹ ਲਾੜੀ ਮੌਤ ਨੂੰ ਵਿਆਹਣ ਵਾਸਤੇ ਮੇਰੇ ਇਹ ਜਿੱਤੇ ਹੋਇਆਂ ਦੇ ਹਮੇਸ਼ਾ ਜਿਹੜੇ ਹਾਰ ਨੇ ਉਹ ਗਲਾਂ ਦੇ ਵਿੱਚ ਪੈਂਦੇ ਨੇ। ਧੰਨ ਉਹ ਕਲਗੀਧਰ ਮਹਾਰਾਜ ਸੀ ਜਿਨ੍ਹਾਂ ਨੇ ਆਪਣੇ 4 ਜਿਗਰ ਦੇ ਟੁਕੜੇ ਸਾਡੀ ਝੋਲੀ ਦੇ ਵਿੱਚ ਪਾਏ। ਧੰਨ ਹੈ ਕਲਗੀਧਰ ਮਹਾਰਾਜ ਕਿ ਅੱਜ ਤੁਸੀਂ ਮੇਰੇ ਤੇ ਰਹਿਮਤ ਕੀਤੀ ਹੈ। ਮੇਰੇ ਇੱਕ ਪੁੱਤਰ ਸੀ, ਉਹ ਮੈਂ ਤੁਹਾਡੀ ਝੋਲੀ ਦੇ ਵਿੱਚ ਪਾ ਕੇ ਪਹਿਲਾਂ, ਬਾਅਦ ਵਿੱਚ ਮੈਂ ਤੁਹਾਡੀ ਝੋਲੀ ਗੋਦ ਵਿੱਚ ਆ ਰਿਹਾ। ਬੋਲੋ ਸਤਨਾਮ। ਐ ਕਲਗੀਧਰ ਮਹਾਰਾਜ, ਤੁਸੀਂ ਰਹਿਮਤਾਂ ਕੀਤੀਆਂ ਨੇ, ਤੁਸੀਂ ਆਪਣੇ 4 ਜਿਗਰ ਦੇ ਟੁਕੜੇ ਸਾਡੀ ਝੋਲੀ ਵਿੱਚ ਪਾਏ। ਮੇਰੇ ਇੱਕ ਪੁੱਤਰ ਅਜੇ ਸਿੰਘ ਸੀ ਔਰ ਉਹ ਮੈਂ ਤੁਹਾਡੀ ਗੋਦ ਵਿੱਚ ਪਾ ਕੇ ਉਸ ਤੋਂ ਬਾਅਦ ਮੈਂ ਹੁਣ ਤੁਹਾਡੀ ਗੋਦ ਵਿੱਚ ਆਉਣਾ ਚਾਹੁੰਦਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਫਿਰ ਉਸ ਜਗ੍ਹਾ ਤੇ ਜਦ ਇਹਨਾਂ ਨੇ ਨਾ ਦੀਨੇ ਕਬੂਲ ਕੀਤਾ, ਉਸ ਜਗ੍ਹਾ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੀ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਸੀ। ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਔਰ ਉਹਨਾਂ ਦੇ ਜਥੇ ਦੇ ਸਿੰਘ, ਆਪਣੀ ਗੱਲ ਕੱਲ ਚੱਲੀ ਸੀ ਕਿ ਬਾਜ ਤੋਂ ਬਾਜ ਦੇ ਵਿੱਚ ਕਿੰਨੇ ਗੁਣ ਹੁੰਦੇ ਚਾਹੀਦੇ ਨੇ, ਤੇ ਬਾਜ ਦੇ ਵਿੱਚ ਜਿੰਨੇ ਗੁਣ ਨੇ, ਇਹ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਸਿੱਖਾ ਤੇਰੇ ਵਿੱਚ ਵੀ ਇਹ ਸਾਰੇ ਦੇ ਸਾਰੇ ਗੁਣ ਸੰਪੰਨ ਹੋਣੇ ਚਾਹੀਦੇ ਨੇ। ਤਾਂ ਕਰਕੇ ਕਲਗੀਧਰ ਮਹਾਰਾਜ ਜੀਆਂ ਨੂੰ, ਅਕਾਲ ਪੁਰਖ ਮਹਾਰਾਜ ਜੀਆਂ ਦੀ ਰਹਿਮਤ ਦੇ ਨਾਲ ਕਲਗੀਧਰ ਮਹਾਰਾਜ ਨੂੰ ਬਾਜਾਂ ਵਾਲੇ ਸਤਿਗੁਰ ਕਿਹਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਆਪਣੇ ਨਾਲ ਬਾਜ ਰੱਖਿਆ ਸੀ। ਤੋ ਬਾਜ ਦੇ ਜਿਹੜੇ ਗੁਣ ਸਨ ਇਹ ਸਾਰੇ ਦੇ ਸਾਰੇ ਸਿੱਖ ਦੇ ਵਿੱਚ ਹੋਣੇ ਚਾਹੀਦੇ ਨੇ। ਗੁਰੂ ਕਲਗੀਧਰ ਮਹਾਰਾਜ ਜੀ, ਅਕਾਲ ਪੁਰਖ ਮਹਾਰਾਜ ਜੀ, ਜਿਸ ਵੀ ਸਰੀਰ ਦੇ ਉੱਪਰ, ਜਿਸ ਦੀ ਦੇਹ ਦੇ ਉੱਪਰ ਗੁਰੂ ਸਾਹਿਬ ਜੀ ਮਹਾਰਾਜ ਮਹਾਨ ਬਖਸ਼ਿਸ਼ ਕਰਦੇ ਨੇ, ਉਹਨਾਂ ਨੂੰ ਗੁਰਾਂ ਦੇ ਨਾਲ ਸੰਪੰਨ ਕਰ ਦਿੰਦੇ ਹਨ। ਵਰਨਾ ਔਗਣ ਖਰੀਦਣ ਦੀ ਲੋੜ ਨਹੀਂ ਪੈਂਦੀ, ਔਗਣ ਲੈਣ ਦੀ ਲੋੜ ਨਹੀਂ ਪੈਂਦੀ। ਤਮਾਮ ਸੰਸਾਰ ਔਗਣਾਂ ਦਾ ਭਰਿਆ ਹੈ। ਔਗਣ ਜਿੱਥੋਂ ਮਰਜੀ ਮਨੁੱਖ ਗ੍ਰਹਿਣ ਕਰ ਸਕਦਾ ਹੈ, ਪਰ ਜੇ ਗੁਣ ਧਾਰਨ ਕਰਨੇ ਨੇ ਤੇ ਉਹ ਤੇ ਕੇਵਲ ਅਕਾਲ ਪੁਰਖ ਮਹਾਰਾਜ ਜੀਆਂ ਦੀ ਗੋਦ ਦੇ ਵਿੱਚੋਂ ਹੀ ਗੁਣਾਂ ਦੀ ਜਿਹੜੀ ਹੈ ਗੰਠੜੀ ਉਹ ਖੁੱਲ੍ਹਦੀ ਹੈ।
ਔਰ ਇੱਥੋਂ ਗੁਣ ਹਰ ਇੱਕ ਮਨੁੱਖ ਲੈ ਰਿਹਾ ਹੈ। ਗੁਰੂ ਸਾਹਿਬ ਜੀ ਮਹਾਰਾਜ ਮਹਾਨ ਬਖਸ਼ਿਸ਼ ਕਰਦੇ ਨੇ, ਲੋਕ ਅਵਗੁਣਾ ਕੀ ਬੰਨੈ ਗੰਠੜੀ, ਗੁਣ ਨਾ ਬਿਹਾਂਜੈ ਕੋਏ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਜਗ ਮੈਂ ਉਤਮ ਕਾਢੀ ਹੈ ਵਿਰਲੇ ਕਈ ਕੇ, ਇਸ ਜੱਗ ਦੇ ਵਿੱਚ ਕੋਈ ਵਿਰਲੇ ਐਸੇ ਹਨ ਜਿਹੜੇ ਮਨੁੱਖ ਗੁਣਾਂ ਦੇ ਗਾਹਕ ਬਣਦੇ ਨੇ, ਵਰਨਾ ਹਰ ਇੱਕ ਜਗ੍ਹਾ 'ਤੇ ਹਰ ਇੱਕ ਪਲ ਦੇ ਵਿੱਚ ਮਨੁੱਖ ਅਵਗੁਣਾਂ ਦਾ ਗਾਹਕ ਬਣ ਜਾਂਦਾ ਹੈ। ਕਿਉਂਕਿ ਕੁਛ ਤਾਂ ਇਹਦੇ ਵਿੱਚ ਅਵਗੁਣ ਹੁੰਦੇ ਨੇ, ਕੁਛ ਦੂਸਰਿਆਂ ਦੇ ਅਵਗੁਣ ਦੇਖ ਕੇ ਉਹਨਾਂ ਨੂੰ ਵੀ ਇਹ ਗ੍ਰਹਿਣ ਕਰਨ ਦੇ ਯਤਨ ਕਰਦਾ ਹੈ। ਸੋ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਗੁਣਾਂ ਦਾ ਗਾਹਕ ਸਮਾਜ ਦੇ ਵਿੱਚ ਕੋਈ ਐਸਾ ਵਿਰਲਾ ਹੈ ਜਿਹੜੇ ਬਹੁਤ ਵੱਡੀਆਂ ਪ੍ਰਾਪਤੀਆਂ ਕਰ ਲੈਂਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਜਿੰਨੇ ਬਾਜ ਅਤੇ ਸਿੱਖ ਦੇ ਗੁਣ ਨੇ ਇਹ ਸਾਰੇ ਦੇ ਸਾਰੇ ਆਪਾਂ ਸਰਵਣ ਕੀਤੇ ਨੇ। ਗੁਰੂ ਸਾਹਿਬ ਜੀ ਮਹਾਰਾਜ ਦੀ ਰਹਿਮਤ ਦੇ ਨਾਲ ਸਮਾਪਤੀ ਦਾ ਟਾਈਮ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।